Death, the leveler, it knows no difference between a king and a poor या pauper. It treats the strong and the weak equally. Everybody has to bow before death. Man should not boast of his great deeds. Only good actions are remembered after death. ਇਹਦਾ ਮਤਲਬ ਹੈ ਬੇਟਾ ਕਿ ਮੌਤ ਜਿਹੜੀ ਹੈ ਉਹ ਇੱਕ ਬਹੁਤ ਹੀ ਵੱਡਾ ਸੰਤੁਲਨ ਕਰਨ ਵਾਲੀ ਚੀਜ਼ ਹੈ। ਇਹ ਇੱਕ ਰਾਜਾ ਚ ਔਰ ਇੱਕ ਰੰਕ ਚ ਯਾਨੀ ਗਰੀਬ ਚ ਕੋਈ ਭੇਦਭਾਵ ਨਹੀਂ ਕਰਦੀ। ਕੋਈ ਮਾਈਟੀ ਹੋਵੇ ਜਾਂ ਕੋਈ ਵੀਕ ਹੋਵੇ, यानी कोई स्ट्रॉन्ग है या फिर कोई कमजोर है, कोई अमीर है, रिच है या पुअर है, गरीब है, ਉਹਦੇ ਚ ਕੋਈ ਫਰਕ ਨਹੀਂ ਕਰਦੀ। ਹਰ ਇੱਕ ਨੂੰ ਡੈਥ ਦੇ ਸਾਹਮਣੇ ਝੁਕਣਾ ਹੀ ਪੈਂਦਾ ਹੈ। ਔਰ ਸਾਡੇ ਮੌਤ ਤੋਂ ਬਾਅਦ ਸਾਡੇ ਅੱਛੇ ਜਿਹੜੇ ਕੰਮ ਹੈ, ਜਿਹੜੇ ਅੱਛੇ ਐਕਸ਼ਨਸ ਹੈ, ਡੀਡਸ ਮੀਨਸ ਵਰਕਸ, ਜਿਹੜੇ ਸਾਡੇ ਅੱਛੇ ਕੰਮ ਹੈ ਉਹੀ ਮੌਤ ਤੋਂ ਬਾਅਦ ਸਾਡੇ ਨਾਲ ਰਹਿੰਦੇ ਹੈ। ਇਜ਼ ਇਟ ਕਲੀਅਰ ਟੂ ਯੂ ਆਲ? ਕਲੀਅਰ ਹੈ ਇੰਨਾ ਕੁ? ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁਣ। ਨਾਓ ਲੈਟ ਅਸ ਰੀਡ ਦ ਪੋਇਮ। The glories of our blood and state are shadows, not substantial things. There is no armor against fate. Death lays his icy hands on kings. Sceptre and crown must tumble down, and in the dust be equal made with the poor, crooked, sign and spade. बेटा ਇਹਦਾ ਮਤਲਬ ਹੈ, ਪਹਿਲਾ ਲਾਈਨ ਹੈ ਗਲੋਰੀਜ਼ ਆਫ ਆਵਰ ਬਲੱਡ ਐਂਡ ਸਟੇਟ। ਗਲੋਰੀਜ਼ ਹੁੰਦਾ ਸ਼ਾਨ, ਸ਼ਾਨ ਸ਼ੌਕਤ ਜਿਹਨੂੰ ਕਹਿੰਦੇ ਹੋ, ਤੁਹਾਡਾ ਫੇਮਸ ਹੋਣਾ, ਜਿਹੜੀ ਸਾਡਾ ਖੂਨ ਜਨਮ ਹੈ, ਖਾਨਦਾਨ ਜਿਹਨੂੰ ਕਹਿ ਦਿੰਦੇ ਹੋ, ਬਲੱਡ ਕਹਿੰਦੇ ਆ ਨਾ, ਖਾਨਦਾਨ, ਜਿਹੜੇ ਸਾਡਾ ਜਨਮ ਹੈ ਜਾਂ ਕੁਨਬੇ ਦੀ ਸ਼ਾਨ ਹੈ, ਇਹ ਸਿਰਫ ਸ਼ੈਡੋਜ਼ ਹੈ। ਸ਼ੈਡੋਜ਼ ਮੀਨਸ ਪਰਛਾਈਆਂ ਹੈ। नॉट सबस्टेंशियल थिंग। सबस्टेंशियल ਹੁੰਦਾ महत्वपूर्ण, ਇਹ ਕੋਈ ਬਹੁਤ महत्वपूर्ण ਚੀਜ਼ਾਂ नहीं है। there is no armor against fate। armor means weapon, ਹਥਿਆਰ। ਕਿਸਮਤ ਦੇ, ਜਿਹੜਾ ਕਿਸਮਤ ਤੋਂ ਬਚਾਉਣ ਵਾਲਾ ਕੋਈ ਕਵਰ ਨਹੀਂ ਹੁੰਦਾ ਸਾਡੇ ਕੋਲੇ, ਕੋਈ ਹਥਿਆਰ ਨਹੀਂ ਹੁੰਦਾ। ਮੌਤ ਆਪਣਾ ਠੰਡਾ ਹੱਥ, death lays his icy hand on kings। ਜਿਹੜਾ ਮੌਤ ਹੈ ਉਹ ਆਪਣਾ ਠੰਡਾ ਹੱਥ ਰਾਜਿਆਂ ਤੇ ਵੀ ਰੱਖ ਦਿੰਦੀ ਹੈ। ਠੀਕ ਹੈ। ਨੈਕਸਟ ਹੈ ਬੇਟਾ ਸੈਪਚਰ ਐਂਡ ਕਰਾਊਨ। ਸੈਪਚਰ ਹੁੰਦਾ ਹੈ ਰਾਜ ਸੱਤਾ ਜਿਹਨੂੰ ਕਹਿੰਦੇ ਹੋ, ਰਾਜ ਜਿਹਨੂੰ ਕਹਿੰਦੇ ਹੋ। ਕਰਾਊਨ ਮੀਨਸ ਹੁੰਦਾ ਹੈ ਕਿੰਗ ਦੇ ਮੁਕਟ ਨੂੰ, ਰਾਜੇ ਦੇ ਮੁਕਟ ਨੂੰ ਕਹਿੰਦੇ ਆ ਕਰਾਊਨ। Sceptre and crown must tumble down, नीचे आ जाते हैं। चाहे ਅਸੀਂ ਕਹਿੰਦੇ ਆ ਰਾਜ ਸੱਤਾ ਹੋਵੇ ਜਾਂ ਫਿਰ ਰਾਜਾ, ਇਹਨਾਂ ਦੋਨਾਂ ਨੂੰ ਹੀ ਡਿੱਗਣਾ ਪੈਂਦਾ ਹੈ। and in dust be equal made, ਔਰ ਇਹ ਕੀ ਹੋ ਜਾਂਦਾ ਹੈ, ਮਿੱਟੀ 'ਚ ਗਿਰ ਕੇ, ਡਸਟ 'ਚ ਗਿਰ ਕੇ ਬਿਲਕੁਲ ਬਰਾਬਰ ਹੋ ਜਾਂਦੇ ਹੈ। यानी बिल्कुल इक्को जे हो जाते हैं, चाहे वो राजा है और चाहे वो रंक है। विद द पुअर, क्रुक, साइन एंड स्पेड, राजा दा जेड़ा मुकुट है वो भी नीचे गिर के मिट्टी च बराबर हो जाते हैं। किदे नाल? पुअर मीन्स गरीब, गरीब दी साइन एंड स्पेड, ए दाती जिन्नू कहंदे हो। ठीक है। ਸਾਈਨ ਇਹ ਹੈ ਦਾਤੀ, ਸਪੇਡ ਹੁੰਦੀ ਆ ਇਹ ਤੁਹਾਡਾ ਜਿਹਨੂੰ ਕੀ ਕਹਿੰਦੇ ਹੋ, ਉਹਨੂੰ ਕਹੀ, ਇਹਦੇ ਨਾਲ ਬਰਾਬਰ ਹੋ ਜਾਂਦੇ ਹੈ। ਰਾਜੇ ਦੇ ਹੱਥ ਵਿੱਚ ਜਿਹੜਾ ਰਾਜੇ ਦਾ ਵੀ ਮੁਕਟ ਹੁੰਦਾ ਹੈ, ਰਾਜੇ ਦੀ ਰਾਜ ਸੱਤਾ ਵੀ ਹੈ, ਉਹ ਮਿੱਟੀ 'ਚ ਜਾ ਕੇ ਜਦੋਂ ਮਰ ਜਾਂਦਾ ਹੈ ਤਾਂ ਇੱਕ ਗਰੀਬ ਦੀ ਦਾਤੀ ਨਾਲ ਜਾਂ ਗਰੀਬ ਦੇ ਦੀ ਕਹੀ ਦੇ ਬਰਾਬਰ ਉਹਦੇ ਨਾਲ ਹੀ ਮਿਲ ਜਾਂਦੀ।
some men with swords may reap the fields and plant fresh laurels where they kill, but their strong nerves at last must yield. They tame but one another still. ਇਹਦਾ ਮਤਲਬ ਹੈ laurel ਦਾ ਮਤਲਬ ਹੁੰਦਾ ਹੈ ਬੇਟਾ, ਆ ਵਰਡ ਹੈ ਤੁਹਾਡੇ ਕੋਲ laurel, laurel ਦਾ ਮਤਲਬ ਹੁੰਦਾ ਹੈ ਜਿੱਤ ਦੇ ਤੋਹਫੇ। ਕੁਝ ਲੋਕ ਤਲਵਾਰ, sword means ਤਲਵਾਰ, ਕੁਝ ਲੋਕ ਤਲਵਾਰਾਂ ਦੇ ਨਾਲ ਯੁੱਧ ਵਿੱਚ ਜਿੱਤ ਹਾਸਿਲ ਕਰ ਸਕਦੇ ਹੈ, ਯਾਨੀ ਯੁੱਧ ਵਿੱਚ ਲੋਕਾਂ ਨੂੰ ਮਾਰ ਕੇ ਜਿੱਤ ਹਾਸਿਲ ਕਰ ਸਕਦੇ ਹੈ। ਵੇਅਰ ਦੇ ਕਿਲ ਦਾ ਮਤਲਬ ਮਾਰਨ, ਜਿੱਥੇ ਉਹ ਮਾਰਦੇ ਹੈ ਕਿਸੇ ਨੂੰ, ਉੱਥੇ ਯੁੱਧ ਵਿੱਚ ਮਾਰ ਕੇ ਉਹ ਦੂਸਰਿਆਂ ਨੂੰ ਮਾਰ ਕੇ ਜਿੱਤ ਹਾਸਿਲ ਕਰਕੇ ਤੋਹਫੇ ਵੀ ਪ੍ਰਾਪਤ ਕਰ ਸਕਦੇ ਹੈ। but their strong nerves at last must yield, ਪਰ ਉਹਨਾਂ ਦੀਆਂ ਜਿਹੜੀਆਂ ਸ਼ਕਤੀਸ਼ਾਲੀ ਸਰੀਰ ਹੁੰਦੇ ਹੈ, ਉਹਨਾਂ ਨੂੰ ਅਖੀਰ ਵਿੱਚ ਉਹਨਾਂ ਦੇ ਸ਼ਕਤੀਸ਼ਾਲੀ ਸਰੀਰ ਨੂੰ ਹਾਰ ਮੰਨਣੀ ਹੀ ਪੈਂਦੀ ਹੈ। they tame but one another still, tame ਦਾ ਮਤਲਬ ਹੁੰਦਾ ਪਾਲਤੂ ਬਣ ਜਾਣਾ, ਉਹ ਸਿਰਫ ਇੱਕ ਦੂਸਰੇ ਨੂੰ ਹੀ ਹਰਾ ਸਕਦੇ ਹੈ, ਔਰ ਪਰ ਮੌਤ ਦੇ ਸਾਹਮਣੇ ਉਹਨਾਂ ਨੂੰ ਪਾਲਤੂ ਬਣਨਾ ਹੀ ਪੈਂਦਾ ਹੈ। ਉਹ ਮੌਤ ਦੇ ਸਾਹਮਣੇ ਉਹ ਵੀ ਹਾਰ ਜਾਂਦੇ ਨੇ। ਠੀਕ ਹੈ ਬੇਟਾ, ਸਮਝ ਆ ਗਿਆ? early or late they stoop to fate and must give up their murmuring breath when they pale captive creep to death। मतलब है कि अर्ली और लेट, देर नाल, मतलब पहले, अर्ली मीन्स पहले या देर नाल, यानी मतलब ਇਹਦਾ मीनिंग हैगा कदी ना कदी ते, देर नाल या देर सवेर जिन्हों कह दिंदे हो। they stoop to fate, stoop मतलब हुंदा झुक जाना, fate ਦਾ मतलब मैं पहले भी दस चुकी हां, किस्मत। ਲੇਟ ਸਵੇਰ ਉਹਨਾਂ ਨੂੰ ਝੁਕਣਾ ਹੀ ਪੈਂਦਾ ਹੈ ਕਿਸਮਤ ਦੇ ਸਾਹਮਣੇ। and must give up their murmuring breath, murmuring means ਹੁੰਦਾ ਬਿਲਕੁਲ ਧੀਰੇ ਧੀਰੇ ਜਿਹੜੇ ਬੋਲਣਾ, ਜਿਵੇਂ ਕੰਨਾਂ 'ਚ ਤੁਸੀਂ ਬੋਲਦੇ ਹੋ ਇੱਕ ਦੂਜੇ ਨਾਲ, ਉਹਨਾਂ ਨੂੰ ਬਿਲਕੁਲ ਧੀਰੇ ਧੀਰੇ ਆਪਣੇ ਸਾਹ ਛੱਡਣੇ ਹੀ ਪੈਂਦੇ ਹੈ। when they pale, pale means ਪੀਲੇ ਹੋ ਕੇ, ਕੈਪਟਿਵ ਦਾ ਮਤਲਬ ਹੁੰਦਾ ਹੈ ਬੇਟਾ, ਕੈਪਟਿਵ ਦਾ ਮਤਲਬ ਹੁੰਦਾ ਹੈ ਕੈਦੀ ਬਣ ਜਾਣਾ। ਕਰੀਪ ਦਾ ਮਤਲਬ ਹੁੰਦਾ ਹੈ ਰਿੰਗਦੇ ਹੋਏ ਜਾਣਾ, ਕਿਦੇ ਵੱਲ? ਮੌਤ ਵੱਲ। when they pale captive creep to death, ਜਦੋਂ ਉਹ ਪੀਲੇ ਪਏ ਹੋਏ ਯੁੱਧ ਦੇ ਕੈਦੀਆਂ ਦੀ ਤਰ੍ਹਾਂ ਰਿੰਗਦੇ ਹੋਏ ਮੌਤ ਵੱਲ ਚਲੇ ਜਾਂਦੇ ਹਨ। the garlands wither on your brow, then boast no more your mighty deeds, upon death's purple altar they altar now, see where the victor victim bleeds। ਉਹ ਕਹਿੰਦੇ ਹੈ ਤੁਹਾਡੇ ਮੱਥੇ ਤੇ ਪਹਿਨੇ ਹੋਏ ਜਿੱਤ ਦੇ ਹਾਰ ਮੁਰਝਾ ਜਾਂਦੇ ਆ। ਵਿਦਰ ਦਾ ਮਤਲਬ ਹੁੰਦਾ ਹੈ ਬੇਟਾ ਮੁਰਝਾ ਜਾਣਾ। then boast, boast ਦਾ ਮਤਲਬ ਹੁੰਦਾ ਹੈ ਆਪਣੀ ਪ੍ਰਸ਼ੰਸਾ ਕਰਨਾ। boast ਆਪਣੀ ਮਤਲਬ ਜਿਵੇਂ ਆਪਾਂ ਆਪਣੀ ਆਪ ਹੀ ਪ੍ਰਸ਼ੰਸਾ ਕਰੀਏ, ਆਪਣੀ ਘਮੰਡ ਦੇ ਨਾਲ ਗੱਲਾਂ ਕਰਨਾ ਆਪਣੇ ਬਾਰੇ। then boast no more your mighty deeds, ਇਸ ਲਈ ਆਪਣੇ ਸ਼ਕਤੀਸ਼ਾਲੀ ਕੰਮਾਂ ਦੀ ਸ਼ੇਖੀ ਨਾ ਮਾਰੋ। upon death's purple altar now, altar ਹੁੰਦਾ ਵੇਦੀ, ਉਧਰ ਦੇਖੋ ਮੌਤ ਦੀ ਵੇਦੀ ਤੇ ਹੁਣ ਹਾਰਿਆ ਹੋਇਆ ਔਰ ਜਿੱਤਿਆ ਹੋਇਆ ਦੋਨੋਂ ਹੀ ਖੂਨ ਨਾਲ ਲਥਪਥ ਪਏ ਹੁੰਦੇ ਹਨ। ਚਾਹੇ ਕੋਈ ਜਿੱਤ ਜਾਏ ਔਰ ਚਾਹੇ ਕੋਈ ਹਾਰ ਜਾਏ, ਉਹ ਦੋਨੋਂ ਹੀ ਮੌਤ ਦੀ ਵੇਦੀ ਦੇ ਉੱਤੇ ਖੂਨ ਨਾਲ ਲਥਪਥ ਪਏ ਹੁੰਦੇ ਹਨ।
नेक्स्ट है your heads must come down to the cold tomb. Only the actions of the just smell sweet and blossom on their dust. Your heads must come. ਤੁਹਾਡੇ ਸਿਰ ਨੀਚੇ ਆਂਦੇ ਆ ਕਿਦੇ ਚ ਕੋਲਡ ਟੌਮ ਟੌਮ ਹੁੰਦਾ ਹੈ ਕਬਰ ਠੰਡੀ ਕਬਰ ਦੇ ਅੰਦਰ ਤੁਹਾਡੇ ਸਿਰਾਂ ਨੂੰ ਠੰਡੀ ਕਬਰਾਂ ਵਿੱਚ ਜ਼ਰੂਰੀ ਹੀ ਆਉਣਾ ਪਏਗਾ ਸਿਰਫ ਨਿਆਂਪੂਰਨ ਲੋਕਾਂ ਦੇ ਕੰਮ ਹੀ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਧੜ ਉੱਤੇ ਉਹਨਾਂ ਦੇ ਸਰੀਰ ਦੇ ਉੱਤੇ ਫੁੱਲ ਵਾਂਗ ਖਿੜਦੇ ਅਤੇ ਮਹਿਕਦੇ ਹਨ समझ गए समझ आ गई poem so yes, it is ma'am poem by James Shirley and he has told you ਉਹਨੇ ਤੁਹਾਨੂੰ ਕਿਹਾ ਕਿ death is a great leveler death makes no difference between rich and poor ठीक है death गरीब और अमीर च कोई फर्क नहीं करती it comes to all equally ਇਹ ਸਾਰਿਆਂ ਕੋਲੇ ਬਰਾਬਰ ਰੂਪ ਵਿੱਚ ਹੀ ਆਉਂਦੀ ਹੈ So we should do good deeds. ਸਾਨੂੰ अच्छे काम करने चाहिए हैं. Our good deeds can only remain after death. ਹੁਣ ਬੇਟਾ ਅਸੀਂ ਇਹਦੇ question answers ਕਰਾਂਗੇ. ਇਹਦੇ ਅਸੀਂ question answers ਕਰਾਂਗੇ. ਪਹਿਲਾ ਇਹਦਾ question ਹੈ what is the theme or central idea of the poem? The central idea of the poem is that everyone is equal before death. We all have to die. Only good persons are remembered after death. Central idea ਕੀ ਹੈ poem ਦਾ ਕਿ ਹਰ ਕੋਈ ਮੌਤ ਦੇ ਸਾਹਮਣੇ ਬਰਾਬਰ ਹੈ ਸਾਨੂੰ ਸਾਰਿਆਂ ਨੂੰ ਇੱਕ ਦਿਨ ਮਰਨਾ ਹੀ ਹੈ ਔਰ ਸਿਰਫ ਚੰਗੇ ਲੋਕ ਜਿਹੜੇ ਹੈ ਉਹਨਾਂ ਨੂੰ ਹੀ ਮ੍ਰਿਤਿੂ ਤੋਂ ਬਾਅਦ ਯਾਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਆ ਜਾਂਦਾ ਹੈ write the summary of the poem. In your own words, the summary of the poem is that everyone is equal before death. हर कोई मौत दे सामने बराबर हुंदा है. We all have to die. Only good persons are remembered after death. सानू सारिਆਂ ਨੂੰ ਇੱਕ ਦਿਨ ਮਰਨਾ ਹੈ ਔਰ ਚੰਗੇ ਲੋਕ ਹੀ ਮੌਤ ਤੋਂ ਬਾਅਦ ਯਾਦ ਕੀਤੇ ਜਾਂਦੇ ਹਨ. What lesson do you get from this poem? ਤੁਹਾਨੂੰ ਇਸ poem ਤੋਂ ਕੀ ਸਿੱਖਿਆ ਮਿਲਦੀ ਹੈ ਬੇਟਾ? Death spares none. Death किसी नू भी बख्शदी नहीं. It reduces everyone to dust. ਇਹ ਹਰ ਇੱਕ ਨੂੰ ਮਿੱਟੀ 'ਚ ਮਿਲਾ ਦਿੰਦੀ ਹੈ. It treats the mighty and the weak equally. ਇਹ ਇੱਕ ਸ਼ਕਤੀਸ਼ਾਲੀ ਨੂੰ ਔਰ ਕਮਜ਼ੋਰ ਨੂੰ ਇੱਕੋ ਜਿਹਾ ਵਿਵਹਾਰ ਕਰਦੀ ਹੈ. Therefore, it is useless to boast of one's power or wealth. ਇਸ ਵਾਸਤੇ ਆਪਣੀ ਸ਼ਕਤੀ ਦਾ ਔਰ ਆਪਣੇ ਜਿਹੜਾ ਵੈਲਥ ਹੈ ਆਪਣੀ ਧਨ ਦੌਲਤ ਦਾ ਮਾਣ ਕਰਨਾ ਗਲਤ ਹੈ our good actions remain after our death ਸਾਡੇ ਚੰਗੇ ਕੰਮ ਹੀ ਮੌਤ ਤੋਂ ਬਾਅਦ ਸਾਡੇ ਨਾਲ ਰਹਿੰਦੇ ਹਨ so we should always be just in our actions ਇਸ ਵਾਸਤੇ ਸਾਨੂੰ ਹਮੇਸ਼ਾ ਨਿਆਂਪੂਰਨ ਕੰਮ ਹੀ ਕਰਨੇ ਚਾਹੀਦੇ ਹਨ what does the expression saint and spade stand for The given expression stands for poor peasants and laborers. ਤੁਹਾਨੂੰ ਪਤਾ ਹੈ ਜਿਹੜੀ ਦਾਤੀ ਹੁੰਦੀ ਹੈ ਔਰ ਜਿਹੜਾ ਕਹੀ ਹੁੰਦੀ ਹੈ ਉਹ ਗਰੀਬ ਲੇਬਰਰ ਦੇ ਹੱਕ 'ਚ ਹੁੰਦੀ ਹੈ ਇਹਦਾ ਮਤਲਬ ਹੈ peasants ਮਤਲਬ farmer ਜਾਂ laborers. These people become equal with the kings on death. ਗਰੀਬ ਲੋਕ ਯਾਨੀ ਕਿਸਾਨ ਔਰ ਜਿਹੜੇ ਮਿਹਨਤਕਸ਼ ਲੋਕ ਹੈ ਉਹ ਵੀ ਮਰਨ ਤੋਂ ਬਾਅਦ ਰਾਜਿਆਂ ਦੇ ਬਰਾਬਰ ਹੀ ਹੋ ਜਾਂਦੇ ਹੈ ਕਿਉਂਕਿ death makes no difference between them ਕਿਉਂਕਿ ਜਿਹੜੀ ਮੌਤ ਹੈ ਉਹਨਾਂ 'ਚ ਕੋਈ ਤਰ੍ਹਾਂ ਦਾ ਫਰਕ ਨਹੀਂ ਕਰਦੀ do the conquerors tame death or the dead ਕਿ ਜਿਹੜੇ ਜਿੱਤ ਹਾਸਿਲ ਕਰਦੇ ਆ ਉਹ ਮੌਤ ਨੂੰ ਆਪਣਾ ਪਾਲਤੂ ਬਣਾ ਸਕਦੇ ਹੈ ਨਹੀਂ conquerors can tame only dead ਜਿਹੜੇ ਜਿੱਤ ਹਾਸਿਲ ਕਰਦੇ ਆ ਉਹ ਮਰੇ ਹੋਏ ਲੋਕਾਂ ਨੂੰ ਤੇ ਆਪਣਾ ਪਾਲਤੂ ਬਣਾ ਸਕਦੇ ਆ they have no power over death ਉਹਨਾਂ ਦੀ ਮੌਤ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਾਵਰ
नहीं हुंदी, कोई भी तरह की कोई शक्ति नहीं हुंदी। Rather, it is death that one day overpowers them and reduces them to dust. ਉਹਦੀ ਜਗ੍ਹਾ ਤੇ ਡੈਥ ਉਹਨਾਂ ਨੂੰ ਓਵਰਪਾਵਰ ਕਰ ਲੈਂਦੀ ਹੈ ਔਰ ਉਹਨਾਂ ਨੂੰ ਮਿੱਟੀ 'ਚ ਮਿਲਾ ਦਿੰਦੀ ਹੈ। This poem highlights the uselessness of human power and might, what is that cannot be snatched by death. ਇਹ ਦੱਸਦੇ ਆ ਕਿ ਇਨਸਾਨ ਦੀ, ਇਹ ਪੋਇਮ ਤੁਹਾਨੂੰ ਦੱਸਦੀ ਹੈ ਕਿ ਇਨਸਾਨ ਦੀ ਜਿਹੜੀ ਸ਼ਕਤੀ ਹੈ ਔਰ ਇਨਸਾਨ ਦੀ ਜਿਹੜੀ ਤਾਕਤ ਹੈ ਉਹ ਬਿਲਕੁਲ ਬੇਕਾਰ ਹੈ। ਇਹ ਅਜਿਹੀ ਕਿਹੜੀ ਚੀਜ਼ ਹੈ ਜਿਹੜੀ ਡੈਥ ਸਾਡੀ ਖੋ ਹੀ ਨਹੀਂ ਸਕਦੀ। It leaves only good and just actions that cannot be snatched by death. Snatched means ਖੋਣਾ। ਇਹ ਸਾਡੇ ਅੱਛੇ ਔਰ ਨਿਆਂਪੂਰਨ ਕੰਮ ਹੈ ਜਿਹੜੇ ਕਦੀ ਵੀ ਮੌਤ ਖੋ ਨਹੀਂ ਸਕਦੀ ਸਾਤੋਂ। All other things living and non-living mix with dust in the end. ਸਾਰੀਆਂ ਹੋਰ ਚੀਜ਼ਾਂ ਚਾਹੇ ਉਹ ਜਿੰਦੀਆਂ ਚਾਹੇ ਉਹ ਮਰ ਗਈਆਂ ਉਹ ਸਾਰੇ ਮਿੱਟੀ 'ਚ ਮਿਲ ਜਾਂਦੇ ਆ ਅਖੀਰ 'ਚ। Death spares none. ਮੌਤ ਕਿਸੇ ਨੂੰ ਵੀ ਛੱਡਦੀ ਨਹੀਂ। Only our good actions live after our death. ਸਾਡੇ ਚੰਗੇ ਕੰਮ ਹੀ ਮੌਤ ਤੋਂ ਬਾਅਦ ਸਾਡੇ ਨਾਲ ਰਹਿੰਦੇ ਆ। ਉਸ ਤੋਂ ਬਾਅਦ ਤੁਹਾਡਾ 7th ਕੁਐਸਚਨ ਹੈ, explain the lines only the actions of just smell sweet and blossom in their dust. Death spares none. Death ਜਿਹੜੀ ਹੈ ਉਹ ਕਿਸੇ ਨੂੰ ਵੀ ਛੱਡਦੀ ਨਹੀਂ। It comes to one and all, it reduces everyone to dust. ਇਹ ਹਰ ਇੱਕ ਨੂੰ ਆਉਂਦੀ ਹੈ ਔਰ ਹਰ ਇੱਕ ਨੂੰ ਮਿੱਟੀ 'ਚ ਮਿਲਾ ਦਿੰਦੀ ਹੈ। Only one thing escapes death. ਇੱਕ ਚੀਜ਼ ਹੀ ਮੌਤ ਤੋਂ ਬਚ ਸਕਦੀ ਹੈ। It is one's good and just actions. ਜਿਹੜੇ ਤੁਸੀਂ ਵਧੀਆ ਕੰਮ ਕਰਦੇ ਹੋ, ਨਿਆਂਪ੍ਰਿਯ ਕੰਮ ਕਰਦੇ ਹੋ, ਉਹੀ ਮੌਤ ਤੋਂ ਬਚ ਸਕਦੇ ਹੈ ਕਿਉਂਕਿ ਉਹ ਤੇ ਸਾਡੇ ਮੌਤ ਤੋਂ ਬਾਅਦ ਵੀ ਸਾਡੇ ਨਾਲ ਰਹਿੰਦੇ ਹੈ। Even after one's death, they are never forgotten. ਮਰਨ ਤੋਂ ਬਾਅਦ ਵੀ ਲੋਕ ਚੰਗੇ ਕੰਮਾਂ ਨੂੰ ਭੁੱਲਦੇ ਨਹੀਂ ਹਨ। ਠੀਕ ਹੈ ਬੇਟਾ, ਸਮਝ ਆ ਗਈ ਸਭ ਨੂੰ? Yes, ma'am.